ਦੋਸਤੋ, ਅਸੀਂ ਸਾਰੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਸਾਡੇ ਸਮਾਜ ਦਾ ਇੱਕ ਵੱਡਾ ਵਰਗ ਭਗਤ ਸਿੰਘ ਦੇ ਜੀਵਨ ਦੇ ਇੱਕ ਮਹੱਤਵਪੂਰਨ ਪੱਖ ਤੋਂ ਹਾਲੇ ਤੱਕ ਅਣਜਾਣ ਹੈ। ਉਹ ਪੱਖ ਹੈ ਸ਼ਹੀਦ ਭਗਤ ਸਿੰਘ ਦਾ ਕਿਤਾਬਾਂ ਨਾਲ ਪਿਆਰ। ਸਾਡੇ ਬਹੁਤ ਸਾਰੇ ਇਤਿਹਾਸਕਾਰਾਂ ਅਤੇ ਚਿੱਤਰਕਾਰਾਂ ਨੇ ਸਾਡੇ ਸਾਹਮਣੇ ਪਿਸਤੌਲ ਵਾਲਾ ਭਗਤ ਸਿੰਘ ਪੇਸ਼ ਕੀਤਾ ਹੈ, ਜਦਕਿ ਸ਼ਹੀਦ ਭਗਤ ਸਿੰਘ ਦਾ ਸਭ ਤੋਂ ਵੱਡਾ ਹਥਿਆਰ ਸਨ ਪੁਸਤਕਾਂ। ਉਹਨਾਂ ਨੇ ਜੇਲ੍ਹ ਦੇ ਦੌਰਾਨ ਵੀ ਦੁਨੀਆ ਦੇ ਮਹਾਨ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਉਹਨਾਂ ਦੇ ਵਿੱਚੋਂ ਕੁਝ ਮਹੱਤਵਪੂਰਨ ਨੋਟ ਲਏ। ਉਹ ਨੋਟ ਜੋ ਕਿ ਉਹਨਾਂ ਦੀ ਜੇਲ੍ਹ ਡਾਇਰੀ ਦੇ ਉੱਪਰ ਦਰਜ ਹਨ। ਅਸੀਂ ਉਹਨਾਂ ਦੀ ਜੇਲ੍ਹ ਡਾਇਰੀ ਦੇ ਵਿੱਚੋਂ ਕੁਝ ਮਹੱਤਵਪੂਰਨ ਨੋਟਾਂ ਦੇ ਉੱਪਰ ਗੱਲ ਕਰਾਂਗੇ। ਸ਼ਹੀਦ ਭਗਤ ਸਿੰਘ ਦੇ ਕਈ ਸਾਥੀ ਅਤੇ ਇਤਿਹਾਸਕਾਰ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਸ਼ਹੀਦ ਭਗਤ ਸਿੰਘ ਨੇ ਜੇਲ੍ਹ ਵਿੱਚ ਆਪਣੀ ਜੇਲ੍ਹ ਡਾਇਰੀ ਤੋਂ ਇਲਾਵਾ ਵੀ 4 ਹੋਰ ਪੁਸਤਕਾਂ ਲਿਖੀਆਂ ਸਨ। ਪਹਿਲੀ ਪੁਸਤਕ ਆਤਮ ਕਥਾ, ਦੂਸਰੀ ਪੁਸਤਕ ਸਮਾਜਵਾਦ ਦਾ ਆਦਰਸ਼, ਤੀਸਰੀ ਪੁਸਤਕ ਭਾਰਤ ਵਿੱਚ ਇਨਕਲਾਬੀ ਸੰਘਰਸ਼, ਚੌਥੀ ਪੁਸਤਕ ਮੌਤ ਦੇ ਦਰਵਾਜ਼ੇ ਤੇ। ਪਰ ਬਦਕਿਸਮਤੀ ਨਾਲ ਇਹਨਾਂ ਦੇ ਖਰੜੇ ਅਜੇ ਤੱਕ ਪ੍ਰਾਪਤ ਨਹੀਂ ਹੋਏ। ਹੋ ਸਕਦਾ ਹੈ ਅੰਗਰੇਜ਼ੀ ਸਾਮਰਾਜ ਦੇ ਲੋਕਾਂ ਨੇ ਭਗਤ ਸਿੰਘ ਦੇ ਵਿਚਾਰਾਂ ਤੋਂ ਡਰਦਿਆਂ ਇਹ ਖਰੜੇ ਨਸ਼ਟ ਕਰ ਦਿੱਤੇ ਹੋਣ, ਜਾਂ ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਪੰਜਾਬ ਦੇ ਮਹਾਨ ਲੇਖਕ ਪਾਸ਼ ਨੇ ਭਗਤ ਸਿੰਘ ਬਾਰੇ ਲਿਖਿਆ ਸੀ ਕਿ ਭਗਤ ਸਿੰਘ ਦੀਆਂ ਤਸਵੀਰਾਂ 'ਤੇ ਹਾਰ ਪਾਉਣ ਜਾਂ ਉਸ ਦੀ ਸ਼ਹਾਦਤ ਉੱਪਰ ਕਵਿਤਾਵਾਂ ਲਿਖਣ ਦਾ ਫਾਇਦਾ ਨਹੀਂ ਹੋਵੇਗਾ। ਜ਼ਰੂਰਤ ਹੈ ਉਸ ਦੀ ਵਿਚਾਰਧਾਰਾ ਨੂੰ ਸਮਝਣ ਅਤੇ ਅੱਗੇ ਵਧਾਉਣ ਦੀ। ਜਿਸ ਦਿਨ ਉਸ ਨੂੰ ਫਾਂਸੀ ਲੱਗੀ ਸੀ, ਉਸ ਦੀ ਕੋਠੜੀ 'ਚੋਂ ਲੈਨਿਨ ਦੀ ਕਿਤਾਬ ਮਿਲੀ ਸੀ, ਜਿਸ ਦਾ ਇੱਕ ਪੰਨਾ ਮੋੜਿਆ ਹੋਇਆ ਸੀ। ਪੰਜਾਬ ਦੀ ਜਵਾਨੀ ਨੂੰ ਉਸ ਦੇ ਆਖਰੀ ਦਿਨ ਮੋੜੇ ਹੋਏ ਪੰਨੇ ਤੋਂ ਅਗਾਂਹ ਤੁਰਨਾ ਚਾਹੀਦਾ ਹੈ। ਸੋ ਆਓ ਦੋਸਤੋ, ਅੱਜ ਅਸੀਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਕੁਝ ਨੋਟਾਂ ਦੇ ਉੱਪਰ ਵਿਚਾਰ ਕਰੀਏ। ਸ਼ਹੀਦ ਭਗਤ ਸਿੰਘ ਦੁਆਰਾ ਆਪਣੀ ਜੇਲ੍ਹ ਡਾਇਰੀ ਵਿੱਚ ਨੋਟ ਕੀਤਾ ਗਿਆ ਸਭ ਤੋਂ ਪਹਿਲਾ ਨੋਟ ਪਿਆਰ ਮਨੁੱਖ ਦੀ ਸਭ ਤੋਂ ਦਿਲਚਸਪ ਅਤੇ ਮੁਆਫ਼ ਕਰਨਯੋਗ ਕਮਜ਼ੋਰੀ। ਇਹ ਨੋਟ ਭਗਤ ਸਿੰਘ ਨੇ ਇੰਗਲੈਂਡ ਦੇ ਮਹਾਨ ਨਾਵਲਕਾਰ ਚਾਰਲਸ ਡਿਕਨਸ ਦੇ ਪਲੇਠੇ ਨਾਵਲ ਪਿਕਵਿਕ ਪੇਪਰਸ ਵਿੱਚੋਂ ਲਿਆ ਹੈ। ਚਾਰਲਸ ਡਿਕਨਸ ਬਾਰੇ ਆਮ ਕਿਹਾ ਜਾਂਦਾ ਹੈ ਕਿ ਸਮਾਜ ਸੁਧਾਰ ਦਾ ਜਿੰਨਾ ਕੰਮ ਚਾਰਲਸ ਡਿਕਨਸ ਦੇ ਨਾਵਲਾਂ ਨੇ ਇੰਗਲੈਂਡ ਵਿੱਚ ਕੀਤਾ, ਉਹਨਾਂ ਉਸ ਸਮੇਂ ਦੀ ਮੌਜੂਦਾ ਸਰਕਾਰ ਵੀ ਨਾ ਕਰ ਸਕੀ। ਅਗਲਾ ਨੋਟ ਲੋਕਾਂ ਦੀ ਉਦਾਸੀਨਤਾ ਹੀ ਹਰੇਕ ਬੁੱਤ ਨੂੰ ਆਪਣੇ ਥੜੇ ਤੋਂ ਲੈ ਜਾਣ ਲਈ ਕਾਫੀ ਹੈ ਅਤੇ ਮਰਿਆਂ ਦੇ ਜਿਉਂ ਉੱਠਣ ਨੂੰ ਤੇਜ਼ ਕਰਨ ਲਈ। ਇਹ ਵਿਚਾਰ ਅਮਰੀਕਨ ਪੱਤਰਕਾਰ ਵਿਲੀਅਮ ਲਾਇਡ ਗੈਰੀਸਨ ਦੇ ਹਨ। ਵਿਲੀਅਮ ਲਾਇਡ ਗੈਰੀਸਨ, ਜੋ ਕਿ ਇੱਕ ਗੁਲਾਮੀ ਵਿਰੋਧੀ ਅਖਬਾਰ ਦ ਲਿਬਰੇਟਰ ਉਦੋਂ ਤੱਕ ਛਾਪਦੇ ਰਹੇ ਜਦੋਂ ਤੱਕ 1865 ਵਿੱਚ ਸੰਵਿਧਾਨਿਕ ਸੋਧ ਦੁਆਰਾ ਗੁਲਾਮੀ ਨੂੰ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚੋਂ ਖਤਮ ਨਹੀਂ ਕਰ ਦਿੱਤਾ ਗਿਆ। ਅਗਲਾ ਵਿਚਾਰ ਨੀਤਸੇ ਸਮਝਦਾ ਸੀ ਕਿ ਗੁਲਾਮ ਨੈਤਿਕਤਾ ਗੁਲਾਮਾਂ ਦੁਆਰਾ ਹੀ ਘੜੀ ਅਤੇ ਸੰਸਾਰ ਉੱਪਰ ਲਾਗੂ ਕੀਤੀ ਗਈ ਹੈ। ਉਹਨਾਂ ਨੇ ਆਪਣੀ ਅਧੀਨਤਾ ਨੂੰ ਧਰਮ ਅਤੇ ਆਪਣੀ ਜ਼ਰੂਰਤ ਨੂੰ ਸਦਗੁਣ ਬਣਾ ਲਿਆ। ਇਹ ਨੋਟ ਨੋਬਲ ਪ੍ਰਾਈਜ਼ ਵਿਜੇਤਾ ਇਰਿਸ਼ ਨਾਟਕਕਾਰ ਜਾਰਜ ਬਰਨਾਰਡ ਸ਼ਾਅ ਦੇ ਮੇਜਰ ਬਾਰਬਰਾ ਨਾਟਕ ਵਿੱਚੋਂ ਲਿਆ ਗਿਆ ਹੈ। ਇਸ ਤੋਂ ਇਲਾਵਾ 2 ਹੋਰ ਅਮਰ ਰਚਨਾਵਾਂ ਮੈਨ ਐਂਡ ਸੁਪਰਮੈਨ ਅਤੇ ਪਿੰਗਮੇਲੀਅਨ ਜਾਰਜ ਬਰਨਾਰਡ ਸ਼ਾਅ ਦੁਆਰਾ ਲਿਖੀਆਂ ਗਈਆਂ ਹਨ। ਅਗਲਾ ਨੋਟ ਕਿ ਸਭ ਤੋਂ ਵੱਡੀ ਬੁਰਾਈ ਅਤੇ ਸਭ ਤੋਂ ਵੱਡਾ ਅਪਰਾਧ ਹੈ ਗਰੀਬੀ। ਸਾਡਾ ਪਹਿਲਾ ਫਰਜ਼ ਅਜਿਹਾ ਫਰਜ਼ ਜਿਸ ਤੋਂ ਹੋਰ ਸਾਰੇ ਖਿਆਲ ਕੁਰਬਾਨ ਕਰ ਦੇਣੇ ਚਾਹੀਦੇ ਹਨ, ਗਰੀਬ ਨਾ ਹੋਣਾ ਹੈ। ਇਹ ਵਿਚਾਰ ਵੀ ਬਰਨਾਰਡ ਸ਼ਾਅ ਦੁਆਰਾ ਮੇਜਰ ਬਾਰਬਰਾ ਵਿੱਚ ਦਿੱਤੇ ਗਏ ਹਨ।
ਅਗਲਾ ਨੋਟ ਇਰਿਸ਼ ਲੇਖਕ ਥਾਮਸ ਮੁਰੇ ਦੀਆਂ ਕਵਿਤਾਵਾਂ ਦੀਆਂ ਕੁਝ ਲਾਈਨਾਂ ਦੇ ਰੂਪ ਵਿੱਚ ਅੰਕਿਤ ਕੀਤਾ ਗਿਆ ਹੈ। ਆਜ਼ਾਦੀ, ਜਿੱਥੇ ਸਾਡੀਆਂ ਮੁਸਕਰਾਹਟਾਂ ਕਦੇ ਨਹੀਂ ਹਟਣਗੀਆਂ। ਜਾਓ ਧਾੜਵੀਆਂ ਨੂੰ ਦੱਸ ਦਿਓ, ਤੁਹਾਡੀ ਸੂਲੀ ਤੇ ਇੱਕ ਯੁੱਗ ਖੂਨ ਬਹਾਉਣਾ ਮਿੱਠਾ ਹੈ, ਜੰਜੀਰਾਂ ਵਿੱਚ ਇੱਕ ਪਲ ਸੁੱਤੇ ਜਾਣ ਨਾਲੋਂ। ਅਗਲਾ ਨੋਟ ਅੱਛੀ ਸਰਕਾਰ ਸਵੈ ਸ਼ਾਸਨ ਦਾ ਬਦਲ ਕਦੇ ਨਹੀਂ ਹੋ ਸਕਦੀ। ਇਹ ਵਿਚਾਰ ਸਕਾਟਲੈਂਡ ਵਿੱਚ ਜਨਮੇ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਰਹੇ ਹੈਨਰੀ ਕੈਂਪਬੈਲ ਦੁਆਰਾ ਦਿੱਤੇ ਗਏ ਹਨ। ਅਗਲਾ ਨੋਟ ਮੈਂ ਧਰਮ ਨੂੰ ਡਰ ਤੋਂ ਪੈਦਾ ਹੋਈ ਇੱਕ ਬਿਮਾਰੀ ਦੇ ਰੂਪ ਵਿੱਚ ਅਤੇ ਮਾਨਵ ਜਾਤੀ ਦੇ ਲਈ ਇੱਕ ਅਕੈਦ ਦੁੱਖ ਦੇ ਰੂਪ ਵਿੱਚ ਮੰਨਦਾ ਹਾਂ। ਇਹ ਵਿਚਾਰ ਯੂਕੇ ਦੇ ਨੋਬਲ ਵਿਜੇਤਾ ਬਰਟਰੰਡ ਰਸਲ ਦੇ ਹਨ। ਅਗਲਾ ਵਿਚਾਰ ਮਨੁੱਖ ਨੇ ਸਮਾਜ ਵਿੱਚ ਦਾਖਲਾ ਇਸ ਲਈ ਨਹੀਂ ਲਿਆ ਕਿ ਉਹ ਪਹਿਲਾਂ ਤੋਂ ਵੀ ਭੈੜਾ ਹੋ ਜਾਵੇ, ਸਗੋਂ ਇਸ ਲਈ ਕਿ ਉਸਦੇ ਅਧਿਕਾਰ ਪਹਿਲਾਂ ਤੋਂ ਬਿਹਤਰ ਢੰਗ ਨਾਲ ਸੁਰੱਖਿਅਤ ਹੋਣ। ਇਹ ਵਿਚਾਰ ਗ੍ਰੇਟ ਬ੍ਰਿਟੇਨ ਦੇ ਲੇਖਕ ਥਾਮਸ ਪੈਨ ਦੀ ਚਰਚਿਤ ਕਿਤਾਬ ਰਾਈਟਸ ਆਫ ਮੈਨ ਵਿੱਚੋਂ ਲਏ ਗਏ ਹਨ। ਇਸ ਵਿਚਾਰ ਨੂੰ ਅਸੀਂ ਅੱਜ ਦੇ ਕਿਸਾਨ ਵਿਰੋਧੀ ਬਿੱਲ ਨਾਲ ਜੋੜ ਕੇ ਵੀ ਦੇਖ ਸਕਦੇ ਹਾਂ। ਅਗਲਾ ਵਿਚਾਰ ਲੋਕਾਂ ਦੇ ਸਿਰ ਕਲਮ ਕਰ ਦਿੱਤੇ ਜਾਣ ਨੂੰ ਤਾਂ ਅਸੀਂ ਭਿਆਨਕ ਮੰਨਦੇ ਹਾਂ, ਪਰ ਸਾਨੂੰ ਜੀਵਨ ਭਰ ਬਰਕਰਾਰ ਰਹਿਣ ਵਾਲੀ ਮੌਤ ਦੀ ਉਸ ਭਿਆਨਕਤਾ ਨੂੰ ਦੇਖਣਾ ਨਹੀਂ ਸਿਖਾਇਆ ਗਿਆ ਜੋ ਗਰੀਬੀ ਅਤੇ ਅਤਿਆਚਾਰ ਦੁਆਰਾ ਸਾਰੀ ਆਬਾਦੀ 'ਤੇ ਥੋਪ ਦਿੱਤੀ ਜਾਂਦੀ ਹੈ। ਇਹ ਸਤਰਾਂ ਅਮਰੀਕਨ ਸਾਹਿਤ ਦੇ ਪਿਤਾਮਾ ਕਹੇ ਜਾਂਦੇ ਮਾਰਕ ਟਵੇਨ ਦੀਆਂ ਲਿਖਤਾਂ ਵਿੱਚੋਂ ਅੰਕਿਤ ਕੀਤੀਆਂ ਗਈਆਂ ਹਨ। ਅਗਲਾ ਵਿਚਾਰ ਸ਼ਾਸਕ ਦੇ ਲਈ ਇਹੀ ਉਚਿਤ ਹੈ ਕਿ ਉਸਦੇ ਸ਼ਾਸਨ ਵਿੱਚ ਕੋਈ ਵੀ ਵਿਅਕਤੀ ਠੰਡ ਅਤੇ ਭੁੱਖ ਤੋਂ ਪੀੜਤ ਨਾ ਹੋਵੇ। ਆਦਮੀ ਦੇ ਕੋਲ ਜਦੋਂ ਜੀਣ ਦੇ ਸਧਾਰਨ ਸਾਧਨ ਨਹੀਂ ਰਹਿੰਦੇ ਤਾਂ ਉਹ ਆਪਣੇ ਨੈਤਿਕ ਪੱਧਰ ਨੂੰ ਬਣਾਈ ਰੱਖਣ ਤੋਂ ਅਸਮਰੱਥ ਹੋ ਜਾਂਦਾ ਹੈ। ਇਹ ਵਿਚਾਰ ਜਾਪਾਨ ਦੇ ਬੋਧੀ ਭਿਕਸ਼ੂ ਕੋਕੋ ਹੋਸ਼ੀ ਦੇ ਹਨ। ਇਹ ਸ਼ਬਦ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸਾਡੇ ਸਮਾਜ ਦੇ ਇਖਲਾਕੀ ਮਿਆਰ ਡਿੱਗਣ ਵੱਲ ਸੰਕੇਤ ਕਰਦੇ ਹਨ। ਅਗਲਾ ਨੋਟ ਭਰੇ ਪਏ ਹਨ ਸ਼ੁੱਧ ਅਤੇ ਨਿਰਮਲ ਆਭਾ ਦੇ ਰਤਨ, ਸੰਘਣੇ ਸਮੁੰਦਰ ਦੀ ਅਥਾਹ ਡੂੰਘੀ ਗਹਿਰ ਵਿੱਚ ਖਿੜਦੇ ਹਨ ਬਹੁਤ ਫੁੱਲ ਅਣਦੇਖੇ ਅਤੇ ਲੁਟਾ ਦਿੰਦੇ ਹਨ ਆਪਣੀ ਸੁਗੰਧ ਉਜਾੜ ਵਿੱਚ। ਇਹ ਵਿਚਾਰ ਇੰਗਲੈਂਡ ਦੇ ਲੇਖਕ ਥਾਮਸ ਕਰੇ ਦੇ ਹਨ। ਅਗਲਾ ਨੋਟ ਜਦੋਂ ਤੱਕ ਕੋਈ ਹੇਠਲਾ ਵਰਗ ਹੈ ਮੈਂ ਉਸ ਵਿੱਚ ਹੀ ਹਾਂ, ਜਦੋਂ ਤੱਕ ਕੋਈ ਅਪਰਾਧੀ ਤੱਤ ਹੈ ਮੈਂ ਉਸ ਦਾ ਹੀ ਹਾਂ, ਜਦੋਂ ਤੱਕ ਕੋਈ ਜੇਲ੍ਹ ਵਿੱਚ ਹੈ ਮੈਂ ਆਜ਼ਾਦ ਨਹੀਂ ਹਾਂ। ਇਹ ਸ਼ਬਦ ਅਮਰੀਕਨ ਸਮਾਜ ਸੁਧਾਰਕ ਜੋਜੀਨ ਵੀ ਡੇਵਿਸ ਦੇ ਹਨ। ਅਗਲਾ ਨੋਟ ਸਮਾਜ ਹੱਤਿਆ, ਵਿਵਚਾਰ ਜਾਂ ਠੱਗੀ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ, ਪਰ ਉਹ ਇੱਕ ਨਵੇਂ ਸਿਧਾਂਤ ਦੇ ਪ੍ਰਚਾਰ ਨੂੰ ਕਦੇ ਵੀ ਮਾਫ ਨਹੀਂ ਕਰਦਾ। ਇਹ ਸ਼ਬਦ ਇੰਗਲਿਸ਼ ਲੇਖਕ ਫਰੈਡਰਿਕ ਹੈਰੀਸਨ ਦੇ ਹਨ। ਅਗਲੇ ਪੰਨੇ ਉੱਤੇ ਸ਼ਹੀਦ ਭਗਤ ਸਿੰਘ ਦੁਆਰਾ ਇੱਕ ਕਵਿਤਾ ਦੀਆਂ 2 ਲਾਈਨਾਂ ਅੰਕਿਤ ਕੀਤੀਆਂ ਗਈਆਂ ਹਨ। तुझे जिबा करने की खुशी, मुझे मरने का शौक, मेरी भी मर्जी वही है जो मेरे शयाद की है। अगला नोट मनुख धर्म ਨੂੰ ਘੜਦਾ ਹੈ, ਧਰਮ ਮਨੁੱਖ ਨੂੰ ਨਹੀਂ ਘੜਦਾ। ਇਹ ਵਿਚਾਰ ਜਰਮਨ ਦਾਰਸ਼ਨਿਕ ਇਤਿਹਾਸਕਾਰ ਮਜ਼ਦੂਰਾਂ ਦੀ ਬਾਈਬਲ ਕਹੀ ਜਾਣ ਵਾਲੀ ਕਿਤਾਬ ਦਾਸ ਕੈਪੀਟਲ ਅਤੇ ਕਮਿਊਨਿਸਟ ਮੈਨੀਫੈਸਟੋ ਦੇ ਰਚੇਤਾ ਤੇ ਗਏ ਹਨ। ਅਗਲਾ ਨੋਟ ਮਹਾਨ ਇਸ ਲਈ ਮਹਾਨ ਹੈ ਕਿਉਂਕਿ ਅਸੀਂ ਗੋਡਿਆਂ ਭਾਰ ਹਾਂ, ਆਓ ਉੱਠ ਖੜੇ ਹੋ ਜਾਈਏ। ਅਗਲਾ ਨੋਟ ਭਾਵੇਂ ਇਹ ਸੱਚ ਹੋਵੇ ਜਾਂ ਨਾ ਕਿ ਮਨੁੱਖ ਨਿਰਪੱਖ ਪੈਦਾ ਹੋਇਆ ਅਤੇ ਪਾਪ ਨਾਲ ਭਰ ਗਿਆ, ਪਰ ਇਹ ਨਿਸ਼ਚਿਤ ਰੂਪ ਵਿੱਚ ਸੱਚ ਹੈ ਕਿ ਸਰਕਾਰ ਦਾ ਜਨਮ ਧੱਕੇ ਤੋਂ ਅਤੇ ਧੱਕੇ ਦੇ ਨਾਲ ਹੋਇਆ। ਇਹ ਸਤਰਾਂ ਅੰਗਰੇਜ਼ ਦਾਰਸ਼ਨਿਕ ਅਤੇ ਜੀਵ ਵਿਗਿਆਨਿਕ ਹਰਬਰਟ ਸਪੈਂਸਰ ਦੀਆਂ ਹਨ। ਅਗਲਾ ਨੋਟ ਮੈਂ ਇੱਕ ਮਨੁੱਖ ਹਾਂ ਅਤੇ ਮੇਰਾ ਉਹਨਾਂ ਸਾਰੀਆਂ ਚੀਜ਼ਾਂ ਨਾਲ ਸਰੋਕਾਰ ਹੈ ਜੋ ਮਨੁੱਖ ਜਾਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਸਤਰਾਂ ਇੱਕ ਰੋਮਨ ਨਾਟਕਾਰ ਦੀਆਂ ਹਨ। ਕਾਨੂੰਨ ਮੁਜਰਮ ਕਰਾਰ ਦਿੰਦਾ ਹੈ ਉਹਨਾਂ ਪੁਰਸ਼ਾਂ ਜਾਂ ਤੀਵੀਆਂ ਨੂੰ ਜੋ ਚੁਰਾਉਂਦੇ ਹਨ ਆਮ ਆਦਮੀਆਂ ਦੀਆਂ ਮੁਰਗੀਆਂ, ਪਰ ਛੱਡ ਦਿੰਦਾ ਹੈ ਉਹਨਾਂ ਵੱਡੇ ਅਪਰਾਧੀਆਂ ਨੂੰ
ਜੋ ਚੋਰੀ ਕਰ ਲੈਂਦੇ ਹਨ ਮੁਰਗੀਆਂ ਵਿੱਚੋਂ ਆਮ ਆਦਮੀ। ਇਹ ਵਿਚਾਰ ਅੰਗਰੇਜ਼ ਲੇਖਕ ਹੈਨਰੀ ਮੈਨ ਦੇ ਹਨ। ਇਹਨਾਂ ਸ਼ਬਦਾਂ ਨੂੰ ਅਸੀਂ ਅੱਜ ਦੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਨਾਲ ਜੋੜ ਕੇ ਦੇਖ ਸਕਦੇ ਹਾਂ। ਅਗਲਾ ਨੋਟ, ਉਹ ਹਮੇਸ਼ਾ ਹੀ ਭਵਿੱਖ ਦੇ ਲਈ ਭੂਤ ਖਿਲਾਫ ਲੜਦੇ ਰਹੇ। ਅਗਲਾ ਨੋਟ, ਇਹ ਭਗਤ ਸਿੰਘ ਦੇ ਆਪਣੇ ਸ਼ਬਦ ਹਨ। ਜੀਵਨ ਦਾ ਉਦੇਸ਼ ਮਨ ਨੂੰ ਕਾਬੂ ਕਰਨਾ ਨਹੀਂ, ਸਗੋਂ ਉਸ ਦਾ ਠੀਕ ਵਿਕਾਸ ਕਰਨਾ ਹੈ। ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਨਾ ਨਹੀਂ, ਸਗੋਂ ਇਸ ਸੰਸਾਰ ਵਿੱਚ ਹੀ ਉਸ ਦਾ ਸਭ ਤੋਂ ਵਧੀਆ ਇਸਤੇਮਾਲ ਕਰਨਾ ਹੈ। ਕੇਵਲ ਧਿਆਨ ਵਿੱਚ ਹੀ ਨਹੀਂ, ਬਲਕਿ ਰੋਜ਼ਾਨਾ ਜੀਵਨ ਦੇ ਯਥਾਰਥ ਅਨੁਭਵ ਵਿੱਚ ਵੀ ਸੱਚ, ਚੰਗਿਆਈ ਅਤੇ ਸੁੰਦਰਤਾ ਨੂੰ ਪ੍ਰਤੱਖ ਕਰਨਾ ਹੈ। ਸਮਾਜਿਕ ਪ੍ਰਗਤੀ ਕਿਸੇ ਦੀ ਉੱਨਤੀ ਉੱਪਰ ਨਹੀਂ, ਸਗੋਂ ਬਹੁਤਿਆਂ ਦੀ ਅਮੀਰੀ 'ਤੇ ਨਿਰਭਰ ਕਰਦੀ ਹੈ। ਆਤਮਿਕ ਲੋਕਤੰਤਰ ਜਾਂ ਸਰਬ ਸਾਂਝਾ ਭਰਪਣ ਕੇਵਲ ਤਦ ਤੱਕ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇ ਸਮਾਜਿਕ, ਰਾਜਨੀਤਿਕ ਅਤੇ ਉਦਯੋਗਿਕ ਜੀਵਨ ਵਿੱਚ ਮੌਕਿਆਂ ਦੀ ਸਮਾਨਤਾ ਹੋਵੇ। ਅਗਲਾ ਨੋਟ, ਮਨੁੱਖ ਜਨਮ ਤੋਂ ਸੁਤੰਤਰ ਹੁੰਦਾ ਹੈ, ਪਰ ਹਰ ਥਾਂ ਬੇੜੀਆਂ ਵਿੱਚ ਜਕੜ ਦਿੱਤਾ ਜਾਂਦਾ ਹੈ। ਇਹ ਸ਼ਬਦ ਜਨੇਵਾ ਦੇ ਦਾਰਸ਼ਨਿਕ ਰੂਸੋ ਦੇ ਹਨ, ਜਿਨ੍ਹਾਂ ਦੇ ਰਾਜਨੀਤਿਕ ਦਰਸ਼ਨ ਨੇ ਪਹਿਲਾਂ ਸਾਰੇ ਯੂਰਪ ਅਤੇ ਫਿਰ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ। ਅਗਲੇ ਕੁਝ ਅੰਸ਼ ਬਲਦੇਵ ਸਿੰਘ ਦੁਆਰਾ ਸ਼ਹੀਦ ਭਗਤ ਸਿੰਘ ਦੀ ਲਿਖੀ ਗਈ ਜੀਵਨੀ ਸਤਲੁਜ ਵਹਿੰਦਾ ਰਿਹਾ ਵਿੱਚੋਂ ਹਨ। ਪਹਿਲਾ ਵਿਚਾਰ, ਕਮਿਊਨਿਜ਼ਮ ਦਾ ਜਨਮਦਾਤਾ ਮਾਰਕਸ ਇਸ ਖਿਆਲ ਨੂੰ ਪੈਦਾ ਕਰਨ ਵਾਲਾ ਨਹੀਂ ਸੀ, ਬਲਕਿ ਯੂਰਪ ਦੀਆਂ ਸਨਅਤੀ ਤਬਦੀਲੀਆਂ ਨੇ ਹੀ ਇੱਕ ਖਾਸ ਕਿਸਮ ਦੇ ਵਿਚਾਰਾਂ ਵਾਲੇ ਲੋਕ ਪੈਦਾ ਕੀਤੇ, ਜਿਨ੍ਹਾਂ ਵਿੱਚੋਂ ਮਾਰਕਸ ਜ਼ਮਾਨੇ ਦੇ ਚੱਕਰ ਨੂੰ ਇੱਕ ਖਾਸ ਆਵਾਜ਼ 'ਚ ਹਰਕਤ ਦੇਣ ਵਿੱਚ ਸਹਾਈ ਸਾਬਿਤ ਹੋਇਆ। ਅਸੀਂ ਵੀ ਇਸ ਦੇਸ਼ 'ਚ ਕਮਿਊਨਿਜ਼ਮ, ਸੋਸ਼ਲਿਜ਼ਮ ਦੇ ਖਿਆਲਾਂ ਨੂੰ ਜਨਮ ਨਹੀਂ ਦਿੱਤਾ, ਬਲਕਿ ਇਹ ਤਾਂ ਵਕਤ ਅਤੇ ਹਾਲਾਤਾਂ ਦਾ ਸਾਡੇ ਉੱਪਰ ਅਸਰ ਦਾ ਨਤੀਜਾ ਹੈ। ਅੱਗੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਕਹਿੰਦੇ ਹਨ ਕਿ ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਵੱਡੇ ਕੰਮ ਹਨ। ਭਾਈ ਰਣਧੀਰ ਸਿੰਘ ਨਾਲ ਹੋਈ ਵਾਰਤਾਲਾਪ, ਜੋ ਭਗਤ ਸਿੰਘ ਨੂੰ ਮੈਂ ਨਾਸਤਿਕ ਕਿਉਂ ਹਾਂ ਲਿਖਣ 'ਤੇ ਮਜਬੂਰ ਕਰਦੀ ਹੈ। ਜਦੋਂ ਉਹ ਕਹਿੰਦੇ ਹਨ ਕਿ ਰੱਬ ਸਰਬ ਵਿਆਪੀ ਹੈ ਤੇ ਕਣ-ਕਣ ਵਿੱਚ ਹੈ, ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ, ਤਾਂ ਭਗਤ ਸਿੰਘ ਕਹਿੰਦਾ ਹੈ, ਭਾਈ ਸਾਹਿਬ ਜੀਓ, ਹਿੰਦੁਸਤਾਨ ਉੱਪਰ ਜੇ ਬਰਤਾਨਵੀ ਹਕੂਮਤ ਹੈ ਤਾਂ ਇਹ ਰੱਬ ਦੀ ਮਰਜ਼ੀ ਕਾਰਨ ਨਹੀਂ, ਸਗੋਂ ਇਸ ਦਾ ਕਾਰਨ ਹੈ ਕਿ ਸਾਡੇ ਵਿੱਚ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ। ਉਹ ਰੱਬ ਦੀ ਮਰਜ਼ੀ ਨਾਲ ਸਾਨੂੰ ਗੁਲਾਮ ਨਹੀਂ ਰੱਖ ਰਹੇ, ਸਗੋਂ ਉਹਨਾਂ ਨੇ ਬੰਦੂਕਾਂ, ਤੋਪਾਂ, ਬੰਬਾਂ ਅਤੇ ਗੋਲੀਆਂ ਨਾਲ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਗੁਲਾਮ ਬਣਾਇਆ ਹੈ। ਸਾਡਾ ਕਸੂਰ ਕੀ ਹੈ? ਇੱਕ ਕੌਮ ਹੱਥੋਂ ਦੂਜੀ ਕੌਮ ਲੁੱਟੀ ਜਾ ਰਹੀ ਹੈ। ਕਿੱਥੇ ਹੈ ਆਪ ਦਾ ਰੱਬ? ਕਿ ਉਹ ਮਨੁੱਖਤਾ ਦੀਆਂ ਇਹਨਾਂ ਸਾਰੀਆਂ ਦੁੱਖ ਤਕਲੀਫਾਂ ਦਾ ਮਜ਼ਾ ਲੈ ਰਿਹਾ ਹੈ? ਜੇ ਐਵੇਂ ਹੈ ਤਾਂ ਉਹ ਨੀਰੋ ਹੈ, ਉਹ ਚੰਗੇਜ਼ ਖਾਨ ਹੈ। ਐਸਾ ਰੱਬ ਮੁਰਦਾਬਾਦ। ਸ਼ਹੀਦ ਭਗਤ ਸਿੰਘ ਨੂੰ ਗਿਆਨ ਦੀ ਭੁੱਖ ਕਿੰਨੀ ਸੀ, ਇਸ ਗੱਲ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ। ਫਾਂਸੀ ਦੀ ਸਜ਼ਾ ਦੇ ਐਲਾਨ ਤੋਂ ਅਗਲੇ ਦਿਨ ਪ੍ਰਾਨਨਾਥ ਮਹਿਤਾ ਨੂੰ ਭਗਤ ਸਿੰਘ ਦਾ ਇੱਕ ਗੁਪਤ ਸੰਦੇਸ਼ ਮਿਲਦਾ ਹੈ ਕਿ ਅੰਤਮ ਵਸੀਅਤ ਦੇ ਬਹਾਨੇ ਮੈਨੂੰ ਤੁਰੰਤ ਮਿਲੋ, ਪਰ ਲੈਨਿਨ ਦਾ ਜੀਵਨ ਚਰਿੱਤਰ ਲਿਆਉਣਾ ਨਾ ਭੁੱਲਣਾ। ਮਹਿਤਾ ਸੋਚ ਰਿਹਾ ਹੈ, ਕਮਾਲ ਦਾ ਬੰਦਾ ਹੈ, ਇੰਨਾ ਲਾਪਰਵਾਹ। ਘੜੀ ਦੀਆਂ ਸੂਈਆਂ ਫਾਂਸੀ ਦੇ ਵਕਤ ਵੱਲ ਤੇਜ਼ੀ ਨਾਲ ਵਧ ਰਹੀਆਂ ਹਨ ਤੇ ਇਹ ਘੜੀ ਲੈਨਿਨ ਪੜ੍ਹਨ ਨੂੰ ਉਤਾਵਲਾ ਹੈ। ਫਾਂਸੀ ਦਾ ਫਿਕਰ ਹੀ ਨਹੀਂ ਹੈ। ਇਹ ਤਾਂ ਕਾਲ ਕੋਠੜੀ ਵਿੱਚ ਇੰਜ ਟਹਿਲ ਰਿਹਾ ਹੈ ਜਿਵੇਂ ਕਿਸੇ ਨਾਟਕ ਵਿੱਚ ਅਭਿਨੇ ਦੀ ਤਿਆਰੀ ਕਰ ਰਿਹਾ ਹੋਵੇ। ਉਧਰ ਜੇਲਰ ਖਾਨ ਭਗਤ ਸਿੰਘ ਕੋਲ ਆਉਂਦਾ ਹੈ। ਉਹ ਲੈਨਿਨ ਦੀ ਜੀਵਨੀ ਪੜ੍ਹਨ ਵਿੱਚ ਮਸ਼ਰੂਫ ਹੈ। ਮੂੰਹ ਨਾਲ ਉਸ ਦੇ ਕੰਧੇ ਉੱਪਰ ਹੱਥ ਰੱਖ ਕੇ ਪੁੱਛਦਾ ਹੈ ਕਿ ਕੀ ਹੋ ਰਿਹਾ ਹੈ ਬਰਖੁਰਦਾਰ। ਭਗਤ ਸਿੰਘ ਹੱਸਦਾ ਹੈ ਤੇ ਕਹਿੰਦਾ ਹੈ, ਦੇਖ ਰਹੇ ਹੋ ਖਾਨ ਬਹਾਦਰ। ਖਾਨ ਹੌਲੀ ਜਿਹੀ ਦੱਸਦਾ ਹੈ, ਸਰਕਾਰ ਨੇ ਕੱਲ੍ਹ ਸਵੇਰੇ 6 ਵਜੇ ਦੀ ਥਾਂ ਅੱਜ ਸ਼ਾਮ ਦੇ 7 ਵਜੇ ਫਾਂਸੀ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ। ਭਗਤ ਸਿੰਘ ਉਸੇ ਲਹਿਜੇ ਵਿੱਚ ਪੁੱਛਦਾ ਹੈ, ਤਾਂ ਮੈਨੂੰ ਇਹ ਕਿਤਾਬ ਖਤਮ ਕਰਨ ਦੀ ਆਗਿਆ ਨਹੀਂ ਮਿਲੇਗੀ। ਉਧਰ ਜੇਲ੍ਹ ਤੋਂ ਬਾਹਰ ਇਕੱਠੀ ਹੋਈ ਭੀੜ ਦਾ ਰੌਲਾ ਜੇਲ੍ਹ ਦੀਆਂ ਉੱਚੀਆਂ ਕੰਧਾਂ ਉਲੰਘ ਕੇ ਅੰਦਰ ਸੁਣਾਈ ਦੇ ਰਿਹਾ ਹੈ। ਭਗਤ ਸਿੰਘ ਪੁਸਤਕ ਪੜ੍ਹਨ ਵਿੱਚ ਮਸਤ ਹੈ ਜਦੋਂ ਜੇਲ੍ਹ ਅਧਿਕਾਰੀ ਕਹਿੰਦਾ ਹੈ, ਸਰਦਾਰ ਜੀ,
ਫਾਂਸੀ ਲੱਗਣ ਦਾ ਹੁਕਮ ਆਇਆ ਹੈ, ਤਿਆਰ ਹੋ ਜਾਓ। ਠਹਿਰੋ। ਅੱਖਾਂ ਪੁਸਤਕ ਉੱਪਰ ਹੀ ਗੱਡੀ। ਭਗਤ ਸਿੰਘ ਇੱਕ ਹੱਥ ਖੜਾ ਕਰਕੇ ਉਸ ਨੂੰ ਉੱਚੀ ਆਵਾਜ਼ ਵਿੱਚ ਰੋਕਦਾ ਹੈ। ਇੱਕ ਇਨਕਲਾਬੀ ਦੂਸਰੇ ਇਨਕਲਾਬੀ ਨੂੰ ਮਿਲ ਰਿਹਾ ਹੈ ਤੇ ਉਹ ਫਿਰ ਪੁਸਤਕ ਪੜ੍ਹਨ ਲੱਗਦਾ ਹੈ। ਜੇਲਰ ਹੈਰਾਨ ਹੈ। ਗਿਆਨ ਪ੍ਰਾਪਤ ਕਰਨ ਦੀ ਇੱਕ ਇਹੀ ਲਾਲਸਾ ਹੈ। ਨਾ ਇਸ ਨੂੰ ਮੌਤ ਦਾ ਡਰ ਹੈ, ਨਾ ਆਪਣਿਆਂ ਤੋਂ ਵਿਛੜਨ ਦੀ ਉਦਾਸੀ ਹੈ। ਇਹ ਕਿਹਾ ਜਨੂਨ ਹੈ। ਮੈਂ ਤਾਂ ਅਜਿਹੇ ਨੌਜਵਾਨ ਕਦੀ ਨਹੀਂ ਦੇਖੇ। ਕਾਂਡ ਖਤਮ ਕਰਕੇ ਭਗਤ ਸਿੰਘ ਕਿਤਾਬ ਇੱਕ ਪਾਸੇ ਰੱਖ ਕੇ ਕਹਿੰਦਾ ਹੈ, ਚਲੋ ਮੈਂ ਤਿਆਰ ਹਾਂ, ਤੇ ਉੱਠ ਖੜਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਮਹੱਤਵਪੂਰਨ ਲੇਖਕ ਜੋ ਸ਼ਹੀਦ ਭਗਤ ਸਿੰਘ ਦੁਆਰਾ ਜੇਲ੍ਹ ਵਿੱਚ ਪੜ੍ਹੇ ਗਏ, ਉਹਨਾਂ ਦੇ ਨਾਮ ਇਸ ਪ੍ਰਕਾਰ ਹਨ: ਜੱਜ ਬਾਰਲੈਂਡਸੀ, ਅਪਟਨ ਸਿੰਕਲੇਅਰ, ਗੋਲਡਸਮਿਥ, ਫਰੈਡਰਿਕ ਐਂਗਲਸ, ਲੂਇਸ ਮਾਰਗਨ, ਪੈਟਰਿਕ ਹੈਨਰੀ, ਰੌਬਰਟ ਜੀ ਇੰਗਰਸੋਲ, ਹੋਰੇਸ ਗ੍ਰੀਲੇ, ਜੌਨ ਸਟੂਅਰਟ ਮਿਲ, ਮੈਕਸਿਮ ਗੋਰਕੀ, ਵਾਲਟ ਵਿਟਮੈਨ, ਹੈਨਰਿਕ ਇਬਸਨ, ਚਾਰਲਸ ਫੂਰੀਅਰ, ਥਾਮਸ ਜੈਫਰਸਨ, ਵਿਲੀਅਮ ਵਰਡਸਵਰਥ, ਲਾਰਡ ਟੈਨੀਸਨ, ਲਾਰਡ ਬਾਇਰਨ, ਚਾਰਲਸ ਮੈਕੇ, ਆਗਸਟ ਕੌਂਟੇ, ਜੈਕ ਲੰਡਨ, ਲਿਓਨ ਟਰਾਟਸਕੀ, ਵਿਕਟਰ ਹਿਊਗੋ, ਜੌਨ ਆਸਟਨ, ਫ੍ਰਾਂਸਿਸ ਬੇਕਨ, ਜੌਨ ਲੌਕ, ਸਪਾਈਨੋਜ਼ਾ। ਸੋ ਜੇਕਰ ਅਸੀਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਸਲ ਤਰੀਕੇ ਨਾਲ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਧੰਨਵਾਦ।